सत श्री अकाल प्यारे बच्चों। अज आपां करांगे जमात 6वीं पार्ट नंबर 2। ठीक है जी। तुहाडी जिहड़ी ज्ञान रिश्मा बुक है क्लास 6वीं दी उहदा आपां दूजा पार्ट है जिहड़ा वो पढ़ांगे। मैं पायलट बनांगी। ते पायलट वो हुंदे हन जिहड़े जहाज़ उड़ाउंदे हन। ठीक है जी। उन्हां नूं की कहंदे हन? पायलट। तो इस बारे आप चर्चा करते हैं। उपर की है पहला लिखिया होया, तुसी वड्डे हो के की बनना चाहुंदे हो। सब तो पहला जहाज़ किसने बनाया सी? की तुसी कदे हवाई जहाज़ विच सफ़र किया है? इन्हां तीनों प्रश्नों बारे बच्चे अपनी उत्तर पुस्तिकावां विच उत्तर जरूर लिखना लभ के। ठीक है जी। जो भी है तुहाडे विचार उहदे बारे ਉਹਦੇ ਵਿੱਚ ਜ਼ਰੂਰ ਲਿਖਣਾ। ਤੇ ਆਪਾਂ ਹੁਣ ਪਾਠ ਸ਼ੁਰੂ ਕਰਨ ਲੱਗੇ ਹਾਂ। ਮੈਂ ਪਾਇਲਟ ਬਣਾਂਗੀ। ਐਤਵਾਰ ਦਾ ਦਿਨ ਸੀ। ਅਸੀਂ ਸਾਰੇ ਛੱਤ ਤੇ ਬੈਠੇ ਧੁੱਪ ਸੇਕ ਰਹੇ ਸਾਂ। ਮੰਮੀ ਅਖਬਾਰ ਪੜ੍ਹ ਰਹੇ ਸਨ। ਪਾਪਾ ਮੈਨੂੰ ਪੜ੍ਹਾ ਰਹੇ ਸਨ ਤੇ ਅਚਾਨਕ ਬਹੁਤ ਤੇਜ਼ ਆਵਾਜ਼ ਕਰਦਾ ਹੋਇਆ ਹਵਾਈ ਜਹਾਜ਼ ਸਾਡੇ ਕੋਠੇ ਉੱਪਰੋਂ ਲੰਘਿਆ। ਮੇਰਾ ਧਿਆਨ ਪੜ੍ਹਨ ਵੱਲੋਂ ਹਟ ਗਿਆ ਅਤੇ ਮੈਂ ਅਸਮਾਨ ਵੱਲ ਦੇਖਣ ਲੱਗੀ। ਮੈਂ ਹਵਾਈ ਜਹਾਜ਼ ਨੂੰ ਉਦੋਂ ਤੱਕ ਦੇਖਦੀ ਰਹੀ ਜਦੋਂ ਤੱਕ ਕਿ ਉਹ ਪਲਾਂ ਛਿਨਾਂ ਵਿੱਚ ਮੇਰੀਆਂ ਅੱਖੋਂ ਓਹਲੇ ਨਾ ਹੋ ਗਿਆ। ਮੈਂ ਸੋਚ ਰਹੀ ਸੀ, ਕਾਸ਼ ਮੈਂ ਵੀ ਇੰਝ ਹੀ ਉੜ ਸਕਦੀ। ਮੈਨੂੰ ਅਸਮਾਨ ਵੱਲ ਦੇਖਦੇ ਕੇ ਪਾਪਾ ਨੇ ਪੁੱਛਿਆ, ਬੇਟੀ ਸ਼ਾਇਦ ਤੂੰ ਵੀ ਉਸ ਹਵਾਈ ਜਹਾਜ਼ ਬਾਰੇ ਹੀ ਸੋਚ ਰਹੀ ਹੈ? हाँ पापा, मैं सोच रही सी काश मैं भी इंज उड़ सकदी। हाँ बेटा, जिवें जहाज़ नूं वेख के तेरा उड्डण नूं जी कीता है, इसे तरह ਪਹਿਲਾਂ ਪੰਛੀਆਂ ਨੂੰ ਉਡਦਿਆਂ ਵੇਖ ਕੇ ਹੀ ਮਨੁੱਖ ਦੇ ਦਿਲ ਵਿੱਚ ਵੀ ਉੱਡਣ ਦੀ ਇੱਛਾ ਨੇ ਜਨਮ ਲਿਆ। ਸਭ ਤੋਂ ਪਹਿਲਾਂ ਮਨੁੱਖ ਨੇ ਹੱਥਾਂ ਨਾਲ ਬਣਾਉਟੀ ਖੰਭ ਲਾ ਕੇ ਪੰਛੀਆਂ ਵਾਂਗ ਉੱਡਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਜਿਹਾ ਕਰਨ ਵਿੱਚ ਬਹੁਤਾ ਸਫਲ ਨਾ ਹੋਇਆ। ਫਿਰ ਤਾਂ ਮਨੁੱਖ ਹਿੰਮਤ ਹਾਰ ਕੇ ਬੈਠ ਗਿਆ ਹੋਣਾ। ਮੈਂ ਪਾਪਾ ਜੀ ਨੂੰ ਸਵਾਲ ਕੀਤਾ, ਨਹੀਂ ਪੁੱਤਰ, ਬੰਦੇ ਡਿੱਗ ਡਿੱਗ ਕੇ ਹੀ ਸਵਾਰ ਹੁੰਦੇ ਨੇ। ਮਨੁੱਖ ਨੇ ਉੱਡਣ ਲਈ ਹੋਰ ਬਹੁਤ ਸਾਰੇ ਢੰਗ ਲੱਭੇ। ਫਰਾਂਸ ਵਿੱਚ ਕਾਗਜ਼ ਦੇ ਵੱਡੇ ਵੱਡੇ ਗੁਬਾਰੇ ਬਣਾ ਕੇ ਉਡਾਏ ਗਏ ਅਤੇ ਗੁਬਾਰੇ ਦੇ ਹੇਠਲੇ ਹਿੱਸੇ ਵਿੱਚ ਇੱਕ ਬਰਤਨ ਲਟਕਾ ਕੇ ਉਸ ਵਿੱਚ ਅੱਗ ਜਲਾਈ ਜਾਂਦੀ ਸੀ ਤਾਂ ਜੋ ਗੁਬਾਰੇ ਵਿਚਲੀ ਹਵਾ ਗਰਮ ਹੋ ਕੇ ਆਪਣੀ ਆਮ ਹਵਾ ਨਾਲੋਂ ਹੌਲੀ ਹੋ ਕੇ ਉੱਪਰ ਨੂੰ ਉੱਠੇ ਅਤੇ ਗੁਬਾਰੇ ਨੂੰ ਵੀ ਉਤਾਂਹ ਵੱਲ ਲੈ ਜਾਵੇ। ਫਰਾਂਸ ਦੇ ਰਾਜਾ ਅਤੇ ਰਾਣੀ ਦੇ ਸਾਹਮਣੇ ਪਹਿਲੀ ਵਾਰੀ ਗੁਬਾਰੇ ਨਾਲ ਇੱਕ ਟੋਕਰੀ ਜਿਹੀ ਬੰਨ੍ਹ ਕੇ ਉਸ ਵਿੱਚ ਇੱਕ ਭੇਡ, ਇੱਕ ਮੁਰਗਾ ਅਤੇ ਇੱਕ ਬੱਤਖ ਨੂੰ ਬਿਠਾ ਕੇ ਉਸ ਨੂੰ ਉਡਾਇਆ ਗਿਆ ਅਤੇ ਇਸ ਤੋਂ ਬਾਅਦ ਮਨੁੱਖ ਵੀ ਗੁਬਾਰੇ ਨਾਲ ਬੰਨੀ ਇੱਕ ਟੋਕਰੀ ਵਿੱਚ ਬਹਿ ਕੇ ਉੱਡੇ। ਇਹ ਮਨੁੱਖ ਦੀ ਪਹਿਲੀ ਉਡਾਨ ਸੀ। ਫਿਰ ਫਰਾਂਸ ਵਿੱਚ ਹਾਈਡਰੋਜਨ ਗੈਸ ਨਾਲ ਭਰੇ ਗੁਬਾਰੇ ਉਡਾਏ ਗਏ। ਹਾਈਡਰੋਜਨ ਹਵਾ ਨਾਲੋਂ 14 ਗੁਣਾ ਹਲਕੀ ਹੁੰਦੀ ਹੈ। ਇਹ ਗੁਬਾਰੇ ਨੂੰ ਹੋਰ ਉਤਾਂਹ ਲੈ ਜਾਂਦੀ ਹੈ, ਪਰ ਗੁਬਾਰੇ ਦੀ ਉਡਾਨ ਹਵਾ ਦੀ ਦਿਸ਼ਾ ਉੱਪਰ ਨਿਰਭਰ ਕਰਦੀ ਹੈ ਅਤੇ ਇਹ ਹਵਾ ਦੇ ਵਹਾਅ ਨਾਲ ਇੱਧਰ ਉੱਧਰ ਉੱਡਦਾ ਜਾਂਦਾ ਹੈ। ਫਿਰ ਗੈਸ ਦੇ ਭਰੇ ਗੁਬਾਰੇ ਨਾਲ ਭਾਫ਼ ਨਾਲ ਚੱਲਣ ਵਾਲੇ ਇੰਜਣ ਲਾ ਕੇ ਪਹਿਲੇ ਏਅਰਸ਼ਿਪ ਤਿਆਰ ਕੀਤੇ ਗਏ, ਪਰ ਮਨੁੱਖ ਇੱਕ ਅਜਿਹਾ ਜਹਾਜ਼ ਤਿਆਰ ਕਰਨਾ ਚਾਹੁੰਦਾ ਸੀ ਜੋ ਬਹੁਤ ਸ਼ਕਤੀਸ਼ਾਲੀ ਹੋਵੇ, ਇਹੋ ਜਿਹਾ ਸ਼ਕਤੀਸ਼ਾਲੀ ਜਿਹੋ ਜਿਹਾ ਹੁਣੇ ਸਾਡੇ ਕੋਠੇ ਉੱਪਰੋਂ ਲੰਘਿਆ ਹੈ। ਹਾਂ ਪੁੱਤਰ, ਮਨੁੱਖ ਇੱਕ ਅਜਿਹੇ ਇੰਜਣ ਦੀ ਤਲਾਸ਼ ਵਿੱਚ ਸੀ ਜਿਹੜਾ ਸ਼ਕਤੀਸ਼ਾਲੀ ਤਾਂ ਹੋਵੇ ਹੀ, ਪਰ ਭਾਰ ਵਿੱਚ ਵੀ ਹਲਕਾ ਹੋਵੇ। ਫਿਰ ਇੱਕ ਦਿਨ ਅਮਰੀਕਾ ਦੇ 2 ਰਾਈਟ ਭਰਾਵਾਂ ਨੇ ਪਹਿਲੀ ਵਾਰ ਅਮਰੀਕਾ ਵਿੱਚ ਕਿਟੀ ਹੌਕ ਦੇ ਸਥਾਨ 'ਤੇ ਇੱਕ ਸ਼ਕਤੀਸ਼ਾਲੀ ਜਹਾਜ਼ ਉਡਾਇਆ, ਪਰ ਇਹ ਵੀ ਥੋੜ੍ਹੀ ਦੂਰੀ ਹੀ ਤੈਅ ਕਰ ਸਕਿਆ। ਪਾਪਾ, ਇਸ ਤੋਂ ਬਾਅਦ ਕੀ ਹੋਇਆ? ਮੇਰੀ ਉਤਸੁਕਤਾ ਹੋਰ ਵੱਧ ਰਹੀ ਸੀ।
ਅਮਰੀਕਾ ਦੇ ਰਾਈਟ ਭਰਾਵਾਂ ਦੀ ਇਸ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਯੂਰਪ ਵਿੱਚ ਜਹਾਜ਼ ਬਣਾਉਣ ਦੀ ਦੌੜ ਸ਼ੁਰੂ ਹੋ ਗਈ। ਹੋਰ ਜ਼ਿਆਦਾ ਦੂਰੀ ਤੱਕ ਉਡਾਣ ਭਰਨ ਵਾਲੇ ਜਹਾਜ਼ ਤਿਆਰ ਕੀਤੇ ਗਏ। ਹਵਾਈ ਜਹਾਜ਼ ਦਾ ਉਦਯੋਗ ਪੂਰੀ ਤਰ੍ਹਾਂ ਸ਼ੁਰੂ ਹੋ ਚੁੱਕਾ ਸੀ। ਪਹਿਲੇ ਮਹਾਯੁੱਧ ਵਿੱਚ ਇਹਨਾਂ ਦੀ ਵਰਤੋਂ ਕੀਤੀ ਗਈ, ਪਰ ਪਹਿਲੀ ਯਾਤਰੀ ਉਡਾਣ ਲੰਦਨ ਤੇ ਪੈਰਿਸ ਦੇ ਵਿਚਕਾਰ ਸ਼ੁਰੂ ਹੋਈ। ਪਹਿਲੇ ਜਹਾਜ਼ ਦੀ ਰਫ਼ਤਾਰ 100 ਮੀਲ ਪ੍ਰਤੀ ਘੰਟਾ ਸੀ, ਜਿਹੜੀ ਕਿ ਸਮੇਂ ਨਾਲ ਵੱਧਦੀ ਗਈ। ਹਵਾਈ ਜਹਾਜ਼ ਉਡਾਉਣ ਵਾਲੇ ਨੂੰ ਕੀ ਆਖਦੇ ਹਨ? ਮੈਂ ਪੁੱਛਿਆ। ਬੇਟਾ, ਹਵਾਈ ਜਹਾਜ਼ ਉਡਾਉਣ ਵਾਲੇ ਨੂੰ ਪਾਇਲਟ ਆਖਦੇ ਹਨ। ਅਖਬਾਰ ਪੜ੍ਹਦਿਆਂ ਪਾਪਾ ਦੀ ਥਾਂ ਮੰਮੀ ਨੇ ਕਿਹਾ। ਹੁਣ ਤੱਕ ਜਹਾਜ਼ਾਂ ਵਿੱਚ ਹਰ ਤਰੀਕੇ ਨਾਲ ਸੁਧਾਰ ਹੋ ਚੁੱਕਿਆ ਹੈ, ਪਰ ਹਰੇਕ ਦੇਸ਼ ਵਿੱਚ ਕਿੰਨੀਆਂ ਹੀ ਨਵੀਆਂ ਏਅਰਲਾਈਨਜ਼ ਹੋਂਦ ਵਿੱਚ ਆ ਗਈਆਂ ਨੇ ਅਤੇ ਜਹਾਜ਼ਾਂ ਦੇ ਉਡਾਉਣ ਤੇ ਉਤਾਰਨ ਲਈ ਹਵਾਈ ਜਹਾਜ਼ ਅੱਡੇ ਬਣ ਚੁੱਕੇ ਹਨ। ਭਾਰੀ ਸਮਾਨ ਤੇ ਮੁਸਾਫਰਾਂ ਨੂੰ ਲੈ ਜਾਣ ਵਾਲੇ ਜਹਾਜ਼ ਬਣਾਏ ਗਏ ਹਨ। ਮੈਂ ਬਹੁਤ ਖੁਸ਼ ਸਾਂ। ਮੈਨੂੰ ਹਵਾਈ ਜਹਾਜ਼ ਬਾਰੇ ਕਿੰਨਾ ਕੁਝ ਪਤਾ ਲੱਗ ਗਿਆ ਸੀ। ਹਵਾਈ ਜਹਾਜ਼ ਹੋਰ ਵੀ ਬਹੁਤ ਕੰਮ ਆਉਂਦੇ ਹਨ। ਪਾਪਾ ਅਜੇ ਦੱਸ ਹੀ ਰਹੇ ਸਨ। ਪਾਪਾ, ਹੋਰ ਕਿਹੜੇ ਕੰਮ? ਮੈਂ ਪੁੱਛਿਆ। ਹਵਾਈ ਜਹਾਜ਼ ਰਾਹੀਂ ਅਨਾਜ ਤੇ ਹੋਰ ਲੋੜ ਦੀਆਂ ਵਸਤਾਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਪਹੁੰਚਾਈਆਂ ਜਾ ਸਕਦੀਆਂ ਹਨ। ਇਹ ਕੰਮ ਤਾਂ ਟਰੱਕ, ਟੈਂਕਰ, ਰੇਲ ਗੱਡੀਆਂ ਤੇ ਬੱਸਾਂ ਵੀ ਕਰ ਸਕਦੀਆਂ ਹਨ। ਪਰ ਬੇਟਾ, ਇੱਕ ਤਾਂ ਟਰੱਕ, ਟੈਂਕਰ, ਬੱਸਾਂ, ਰੇਲ ਗੱਡੀਆਂ ਆਦਿ ਬਹੁਤ ਸਮਾਂ ਲੈਂਦੀਆਂ ਹਨ। ਹਰ ਥਾਂ ਇਹ ਸਭ ਜਾ ਵੀ ਨਹੀਂ ਸਕਦੀਆਂ। ਜਿਵੇਂ ਹੜ੍ਹ ਵੇਲੇ ਫੌਰੀ ਮਦਦ ਦੀ ਲੋੜ ਹੁੰਦੀ ਹੈ, ਹੜ੍ਹ ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਜਹਾਜ਼ਾਂ ਰਾਹੀਂ ਹੀ ਸੁੱਟੀਆਂ ਜਾਂਦੀਆਂ ਹਨ। ਦੁਸ਼ਮਣ ਨਾਲ ਲੜ ਰਹੇ ਸਾਡੇ ਜਵਾਨਾਂ ਤੱਕ ਰਸਦ ਪਹੁੰਚਾਉਣੀ, ਜ਼ਖਮੀ ਜਵਾਨਾਂ ਨੂੰ ਫੌਰੀ ਡਾਕਟਰੀ ਮਦਦ ਦੇਣ 'ਚ ਵੀ ਹਵਾਈ ਜਹਾਜ਼ ਸਹਾਈ ਹੁੰਦੇ ਹਨ। ਜਿੱਥੇ ਪੈਦਲ ਵੀ ਨਹੀਂ ਜਾਇਆ ਜਾ ਸਕਦਾ, ਉਸ ਔਖੇ ਪੈਂਡੇ 'ਤੇ ਹਵਾਈ ਜਹਾਜ਼ ਪਹੁੰਚਦਾ ਹੈ। ਮੰਮੀ, ਫੇਰ ਤਾਂ ਹਵਾਈ ਜਹਾਜ਼ ਸਾਡੇ ਬਹੁਤ ਸਾਰੇ ਕੰਮ ਸਵਾਰਦੇ ਹਨ। ਬੇਟੀ, ਹਵਾਈ ਜਹਾਜ਼ਾਂ ਨੇ ਤਾਂ ਦੁਨੀਆ ਦੇ ਲੋਕਾਂ ਨੂੰ ਇੱਕ ਦੂਜੇ 'ਤੇ ਬਹੁਤ ਨੇੜੇ ਲੈ ਆਉਂਦਾ ਹੈ। ਹੁਣ ਤਾਂ ਸਵੇਰ ਦੀ ਰੋਟੀ ਚੰਡੀਗੜ੍ਹ, ਦੁਪਹਿਰ ਦੀ ਦਿੱਲੀ ਅਤੇ ਰਾਤ ਦਾ ਖਾਣਾ ਸਿੰਗਾਪੁਰ ਖਾਧਾ ਜਾ ਸਕਦਾ ਹੈ। ਅੱਛਾ, ਮੈਂ ਹੈਰਾਨ ਜਿਹੀ ਹੋ ਕੇ ਬੋਲੀ। ਫਿਰ ਤਾਂ ਮੈਂ ਵੀ ਪਾਇਲਟ ਬਣਾਂਗੀ ਤੇ ਸਾਰੀ ਦੁਨੀਆ ਦੀ ਸੈਰ ਕਰਾਂਗੀ। ਮੇਰਾ ਜਵਾਬ ਸੁਣ ਕੇ ਮੰਮੀ ਤੇ ਪਾਪਾ ਦੋਵੇਂ ਬਹੁਤ ਖੁਸ਼ ਹੋਏ। ਇਹ ਸੀ ਬੱਚਿਓ ਤੁਹਾਡਾ ਪਾਠ, ਮੈਂ ਪਾਇਲਟ ਬਣਾਂਗੀ। ਠੀਕ ਹੈ ਜੀ, ਇਸ ਨੂੰ ਚੰਗੀ ਤਰ੍ਹਾਂ ਸੁਣੋ, ਸਮਝੋ, ਪੜ੍ਹੋ। ਠੀਕ ਹੈ ਜੀ। ਤੇ ਆਓ ਇਸ ਦੇ ਅੱਗੇ ਆਪਾਂ ਪਾਠ ਅਭਿਆਸ ਦੇ ਜਿਹੜੇ ਪ੍ਰਸ਼ਨ ਉੱਤਰ ਹਨ ਉਹ ਕਰਦੇ ਹਾਂ। ਪਹਿਲਾ ਇਸ ਵਿੱਚ ਜਿਹੜਾ ਵਸਤੂਨਿਸ਼ਟ ਪ੍ਰਸ਼ਨ ਹੈ ਉਹ ਕਿਹੜਾ ਹੈ? ਪਾਇਲਟ ਕੌਣ ਹੁੰਦਾ ਹੈ? ਇਸ ਦਾ ਉੱਤਰ ਹੈ ਹਵਾਈ ਜਹਾਜ਼ ਨੂੰ ਚਲਾਉਣ ਵਾਲਾ। ਐੜਾ ਹੈ ਹਾਈਡਰੋਜਨ ਗੈਸ ਹਵਾ ਨਾਲੋਂ ਕਿੰਨੀ ਕੁ ਹਲਕੀ ਹੁੰਦੀ ਹੈ? ਇਸ ਦਾ ਉੱਤਰ ਹੈ 14 ਗੁਣਾ। ਕਾਗਜ਼ ਦੇ ਵੱਡੇ ਵੱਡੇ ਗੁਬਾਰੇ ਕਿਹੜੇ ਦੇਸ਼ ਵਿੱਚ ਉਡਾਏ ਗਏ? ਕਾਗਜ਼ ਦੇ ਵੱਡੇ ਵੱਡੇ ਗੁਬਾਰੇ ਫਰਾਂਸ ਵਿੱਚ ਉਡਾਏ ਗਏ। ਫਰਾਂਸ ਵਿੱਚ ਕਿਹੜੀ ਗੈਸ ਨਾਲ ਭਰੇ ਹੋਏ ਗੁਬਾਰੇ ਉਡਾਏ ਗਏ? ਫਰਾਂਸ ਵਿੱਚ ਕਿਹੜੀ ਗੈਸ ਨਾਲ ਭਰੇ ਹੋਏ ਗੁਬਾਰੇ ਉਡਾਏ ਗਏ? ਹਾਂਜੀ, ਫਰਾਂਸ ਵਿੱਚ ਬੱਚਿਓ ਹਾਈਡਰੋਜਨ ਜਿਹੜੀ ਗੈਸ ਹੈ ਉਸ ਨਾਲ ਭਰੇ ਹੋਏ ਗੁਬਾਰੇ ਜਿਹੜੇ ਉਡਾਏ ਗਏ। ਠੀਕ ਹੈ ਬੱਚਿਓ। ਤੇ ਬੱਚਿਓ ਇਹ ਸੀ ਆਪਣਾ ਪਾਠ ਤੇ ਇਹ ਬਹੁ ਵਿਕਲਪੀ ਪ੍ਰਸ਼ਨ ਉੱਤਰ। ਇਸ ਵੀਡੀਓ ਨੂੰ ਦੇਖੋ, ਸਮਝੋ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਹੋਰ ਯਾਰਾਂ ਦੋਸਤਾਂ ਨਾਲ ਵੀ ਇਸ ਨੂੰ ਸ਼ੇਅਰ ਜ਼ਰੂਰ ਕਰਨਾ। ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਮੇਰੇ ਆਉਣ ਵਾਲੇ ਜਿਹੜੇ ਪਾਠ ਹਨ, ਵੀਡੀਓਜ਼ ਹਨ, ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਣ। ਥੈਂਕ ਯੂ। ਧੰਨਵਾਦ।